ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਮੀਡੀਅਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਗੁਰਪ੍ਰੀਤ ਤੇ ਅੱਜ ਅਸੀਂ ਪਹੁੰਚੇ ਹਾਂ ਕਾਮਦੇਨ ਗਊਧਾਮ, ਜਿੱਥੋਂ ਦੇ ਵਲੰਟੀਅਰ ਸੁਖ ਅੰਮ੍ਰਿਤ ਜੀ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਇਹ ਸੰਸਥਾ ਬਿਮਾਰ ਗਊਆਂ ਨੂੰ ਸਾਂਭਦੀ ਹੈ, ਜਿੱਥੋਂ ਕਿ ਇਹ ਇੱਕ ਵੀ ਡ੍ਰੌਪ ਦੁੱਧ ਨਹੀਂ ਲੈਂਦੇ। ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਸੰਸਥਾ ਨੂੰ ਕਿਵੇਂ ਚਲਾ ਰਹੇ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ, ਤੁਸੀਂ ਸੁਣਾਓ? ਬਸ ਵਧੀਆ। ਤੇ ਸਰ, ਮੈਂ ਜਿਸ ਤਰ੍ਹਾਂ ਇੱਥੋਂ ਅਸੀਂ ਪਾਸ ਆਊਟ ਕਰ ਰਹੇ ਸੀ, ਇੱਥੋਂ ਲੰਘ ਰਹੇ ਸੀ, ਤੇ ਪਤਾ ਲੱਗਾ ਕਿ ਤੁਸੀਂ ਇਸ ਸੰਸਥਾ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਹੋ। ਤੇ ਤੁਹਾਨੂੰ ਕਿਹੜੀਆਂ ਰੁਕਾਵਟਾਂ ਆਉਂਦੀਆਂ ਨੇ ਇਸ ਸੰਸਥਾ ਨੂੰ ਚਲਾਉਣ ਵੇਲੇ? ਦੇਖੀ, ਜੇ ਤੇ ਰੁਕਾਵਟਾਂ ਨੇ ਤੇ ਮੈਂ ਐਕਚੁਅਲੀ ਤੇ ਕੋਈ ਮੰਨਦਾ ਹੀ ਨਹੀਂ, ਤੇ ਚੈਲੰਜ ਲੈ ਕੇ ਚੱਲਦੇ ਆ ਤੇ ਜਿਹੜੇ ਟਾਈਮ ਸਿਰ ਓਵਰਕਮ ਕਰੀ ਜਾਂਦੇ, ਜਿਹੜੇ ਰਹਿ ਜਾਂਦੇ ਅਗਲੇ ਦਿਨ ਵਾਸਤੇ ਛੱਡ ਦਿੱਤੇ। ਕੋਈ ਇਹੋ ਜਿਹੀ ਕੋਈ ਵੱਡੀ ਗੱਲ ਨਹੀਂ ਹੈਗੀ। ਤੇ ਸਰ, ਕਿੰਨੀਆਂ ਗਊ ਜਿਹੜੀਆਂ ਇੱਕ ਦਿਨ 'ਚ ਆਉਂਦੀਆਂ ਨੇ ਤੁਹਾਡੇ ਕੋਲੇ? ਔਨ ਐਨ ਐਵਰੇਜ ਜੇ ਤੁਸੀਂ ਮੈਨੂੰ ਪੁੱਛੋ, ਬਿਕੋਜ਼ ਦੇਖੋ ਸਾਡੀ ਇੱਥੇ ਕਪੈਸਿਟੀ ਗਾਵਾਂ ਰੱਖਣ ਦੀ ਹੈਗੀ 212 ਦੀ, ਅਸੀਂ ਇੱਥੇ ਇਸ ਵੇਲੇ ਰੱਖੀਆਂ 270। ਮਤਲਬ ਅਸੀਂ ਓਵਰ ਕਰਾਊਡਡ ਚੱਲ ਰਹੇ ਹਾਂ, ਓਵਰ ਆਕਿਊਪਾਈਡ ਚੱਲ ਰਹੇ ਹਾਂ ਇਸ ਵੇਲੇ। ਤੇ ਜਿੰਨੇ ਮੈਕਸਿਮਮ ਕੇਸਿਸ ਸਾਡੇ ਕੋਲ ਆਉਂਦੇ ਕਿ ਜੀ ਅਵਾਰਾ ਗਾਂ ਰੱਖ ਲਓ, ਅਸੀਂ ਉਹ ਵਾਲੇ ਕੇਸਿਸ ਕੋਈ ਨਹੀਂ ਕਰ ਰਹੇ ਫॉर द ਟਾਈਮਿੰਗ, ਬਿਕੋਜ਼ ਸਾਡੇ ਕੋਲ ਥਾਂ ਹੀ ਨਹੀਂ ਹੈਗੀ ਰੱਖਣ ਦੀ। ਤੇ ਅਸੀਂ ਸਿਰਫ ਔਰ ਸਿਰਫ ਐਕਸੀਡੈਂਟਲ ਕੇਸਿਸ ਲੈ ਕੇ ਚੱਲ ਰਹੇ ਹਾਂ। ਉਹ ਤੁਸੀਂ ਜੇ ਔਨ ਐਨ ਐਵਰੇਜ ਲੈ ਕੇ ਚੱਲੋਗੇ ਤੇ ਮਹੀਨੇ ਦੇ ਸਾਨੂੰ 20 ਤੋਂ 25 ਕੇਸਿਸ ਆਉਂਦੇ ਆ, ਜਿਹਦੇ 'ਚ ਗਾਵਾਂ ਨੂੰ ਜਾਂ ਜ਼ਖਮੀ ਹੋਈਆਂ ਜਾਂ ਸਿਵੀਅਰ ਸੱਟ ਲੱਗੀ ਹੈ ਤੇ ਉਹਨਾਂ ਨੂੰ ਇਮੀਡੀਏਟ ਮੈਡੀਕਲ ਅਟੈਂਸ਼ਨ ਦੀ ਲੋੜ ਹੈ, ਤੇ ਉਹ ਆਪਾਂ ਇਸ ਵੇਲੇ ਕੇਸਿਸ ਟੇਕ ਅਪ ਕਰ ਰਹੇ ਹਾਂ। ਸਰ, ਕਿੱਦਾਂ ਦੀ ਕੰਡੀਸ਼ਨ 'ਚ ਜਿਹੜੀਆਂ ਗਾਵਾਂ ਆਉਂਦੀਆਂ ਨੇ, ਜਿਹੜਾ ਤੁਹਾਨੂੰ ਵੀ ਕਈ ਵਾਰ ਲੱਗਦਾ ਕਿ ਸਾਡੇ ਹੱਥੋਂ ਜਾਂ ਬਾਹਰ ਹੈ ਜਾਂ ਕਿਸ ਤਰ੍ਹਾਂ, ਫਿਰ ਉਸ ਵੇਲੇ ਕਿਵੇਂ ਦੇਖੋ ਓਨੈਸਟਲੀ ਇਹਨਾਂ ਦੇ ਐਕਸੀਡੈਂਟਸ ਹੁੰਦੇ ਰਾਤ ਵੇਲੇ ਐਕਸੀਡੈਂਟ ਹੁੰਦੇ, ਜਾਂ ਟਰੱਕਾਂ ਨਾਲ ਜਾਂ ਕੋਈ ਗੱਡੀਆਂ ਨਾਲ। ਜਿਹੜੇ ਸਕੂਟਰ ਵਾਲੇ ਕੇਸਿਸ ਬੜੇ ਘੱਟ ਆਉਂਦੇ ਕਿ ਉਹਦੇ ਗਾਵਾਂ ਨੂੰ ਬਹੁਤੀ ਲੱਗਦੀ ਵੀ ਨਹੀਂ। ਤੇ ਉਹਦੇ 'ਚ ਦੇਖੋ ਕਈਆਂ ਦੇ ਜ਼ਿਆਦਾਤਰ ਤੇ ਇਹ ਵਾਲਾ ਜਿਹੜਾ ਹਿੱਸਾ ਉਹ ਟੁੱਟਿਆ ਨਿਕਲਦਾ ਹੈ, ਜਾਂ ਥੱਲੇ ਲੱਤਾਂ ਜਿਹੜੀਆਂ ਟੁੱਟੀਆਂ ਨਿਕਲਦੀਆਂ, ਉਹਨਾਂ ਦੀ ਸਰਵਾਈਵਲ ਵੈਸੇ ਹੀ ਬੜੀ ਘੱਟ ਨਿਕਲ ਕੇ ਆਉਂਦੀ ਹੈ। ਬਿਕੋਜ਼ ਰਾਤ ਨੂੰ ਐਕਸੀਡੈਂਟ ਹੋਇਆ, ਉਹ ਰੈਸਕਿਊ ਹੋਈ, ਅਗਲੇ ਦਿਨ ਸਵੇਰੇ ਬਲੀਡਿੰਗ ਉਹਨਾਂ ਦੀ ਹੋ ਚੁੱਕੀ ਹੈ ਬਹੁਤ ਜ਼ਿਆਦਾ। ਤੇ ਸਾਡੇ ਕੋਲ ਇੱਥੇ ਜਿੰਨਾ ਟ੍ਰੀਟਮੈਂਟ ਅਵੇਲੇਬਲ ਹੈ, ਅਸੀਂ ਹਸਪੀਟਲ ਨਹੀਂ ਚਲਾ ਰਹੇ। ਤੇ ਇਸ ਵੇਲੇ ਅੰਮ੍ਰਿਤਸਰ 'ਚ ਵੈਸੇ ਵੀ ਕੋਈ ਇਹੋ ਜਿਹੀ ਫੈਸਿਲਿਟੀ ਨਹੀਂ ਕਿ ਜਿਸ ਤਰ੍ਹਾਂ ਇਨਸਾਨ ਦੇ ਵਾਸਤੇ ਤੁਸੀਂ ਕਹਿੰਦੇ ਨਾ ICU ਬਣਿਆ ਹੋਵੇ, ਇਹੋ ਜਿਹੀ ਜਿਹੜੀ ਕੋਈ ਫੈਸਿਲਿਟੀ ਹੈ ਐਨੀਮਲਸ ਵਾਸਤੇ ਇਸ ਵੇਲੇ ਇੱਥੇ ਅਵੇਲੇਬਲ ਨਹੀਂ ਹੈਗੀ। ਬਟ ਜੋ ਸਾਡੇ ਤੋਂ ਬੈਸਟ ਪੋਸੀਬਲ ਹੋ ਪਾਉਂਦਾ ਹੈ ਉਹ ਅਸੀਂ ਕਰਦੇ ਹਾਂ। ਤੇ ਸਾਡੇ ਕੋਲ ਕਈ ਕੇਸਿਸ ਇਹੋ ਜਿਹੇ ਵੀ ਆਉਂਦੇ ਆ ਜਿਹਦੇ ਗਾਵਾਂ ਨੂੰ ਪਹਿਲਾਂ ਮੈਗਟਸ ਲੱਗਦੇ ਆ, ਮੈਗਟਸ ਉਹ ਵੱਧ ਜਾਂਦੇ ਆ ਕੇਸਿਸ, ਜਾਂ ਕਿਸੇ ਦੇ ਟਿਊਮਰ ਹੁੰਦਾ ਹੈ, ਯੂਜਲੀ ਗਊਸ਼ਾਲਾ ਤੋਂ ਹੀ ਸਾਨੂੰ ਆਉਂਦੇ ਆ, ਤੇ ਉਹ ਵਾਲੇ ਕੇਸਿਸ ਵੀ ਅਸੀਂ ਕਰਦੇ ਹਾਂ। ਜਿਹੜੀ ਸਰਜਰੀਜ਼ ਨੇ ਉਹ ਅਸੀਂ ਇੱਥੇ ਕਾਫੀ ਰੈਗੂਲਰ ਬੇਸਿਸ ਤੇ ਕਰਦੇ ਹਾਂ। ਜੇ ਕੋਈ ਬਹੁਤ ਮੇਜਰ ਆ ਜਾਏ ਤੇ ਜ਼ਿਆਦਾਤਰ ਉਹ ਹੱਥੋਂ ਬਾਹਰ ਨਿਕਲਦੇ ਆ। ਤੇ ਸਰ, ਇਹਨਾਂ ਦਾ ਜੋ ਚਾਰਾ ਹੈ, ਉਹਨਾਂ ਦਾ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਇੰਨੀਆਂ ਗਾਵਾਂ? ਦੋ ਚੀਜ਼ਾਂ ਨੇ, ਪੱਠੇ ਵੀ ਪੈਂਦੇ ਆ, ਤੇ ਅੱਜ ਕੱਲ੍ਹ ਤੂੜੀ ਦਾ ਸੀਜ਼ਨ ਹੈ, ਅਸੀਂ ਤੂੜੀ ਸਟੋਰ ਕੀਤੀ ਹੋਈ ਹੈ ਇੱਥੇ। ਜਦੋਂ ਹਾਰਵੈਸਟ ਹੁੰਦੀ ਹੈ, ਵੀਟ ਦੀ ਹਾਰਵੈਸਟ ਹੁੰਦੀ ਹੈ, ਤੇ ਉਦੋਂ ਅਸੀਂ ਬਲਕ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਪਰਚੇਸ ਕਰਨ ਦੀ। ਇਸ ਸੀਜ਼ਨ ਦੇ ਵਿੱਚ ਅਸੀਂ ਬਹੁਤ ਵਧੀਆ ਤਰੀਕੇ ਨਾਲ 900 950 ਕੁਇੰਟਲ ਅਸੀਂ ਪਰਚੇਸ ਕਰ ਪਾਏ। ਤੇ ਓਵਰ ਦ ਪੀਰੀਅਡ ਆਫ ਟਾਈਮ ਜਿਹੜੇ ਨੈਕਸਟ 6 ਮੰਥਸ ਜਦੋਂ ਤੱਕ ਪਰਾਲੀ ਨਹੀਂ ਆਉਂਦੀ, ਸਾਡੇ ਕੋਲ ਇਹ ਸਟਾਕ ਅਸੀਂ ਚਲਾਵਾਂਗੇ। ਤੇ ਜਿਹੜੀ ਤੂੜੀ ਹੈ ਉਹ ਡੇਲੀ ਬੇਸਿਸ ਤੇ ਸਾਨੂੰ ਪਰਚੇਸ ਕਰਨੀ ਪੈਂਦੀ ਹੈ। ਜੇ ਮੈਂ ਸਵੇਰੇ ਪਰਚੇਸ ਨਹੀਂ ਕਰਾਂਗਾ ਤੇ ਹਰਾ ਚਾਰਾ ਮੈਨੂੰ ਸ਼ਾਮ ਵਾਸਤੇ ਖਵਾਉਣ ਨੂੰ ਕੁਝ ਨਹੀਂ ਹੈਗਾ। ਤੇ ਜੇ ਉਹ ਮੈਂ ਲੈ ਲਿਆ ਤੇ ਸ਼ਾਮ ਤੱਕ ਨਹੀਂ ਪਾਇਆ ਤੇ ਅਗਲੇ ਦਿਨ ਵੀ ਨਹੀਂ ਪਾ ਸਕਦਾ, ਕਿਉਂਕਿ ਖਰਾਬ ਹੋ ਜਾਏਗਾ। ਤੇ ਇਹ ਸਾਨੂੰ ਡੇਲੀ ਬੇਸਿਸ ਤੇ ਪਰਚੇਸ ਕਰਨਾ ਪੈਂਦਾ ਹੈ। ਤੇ ਸਰ, ਕੋਈ ਸੰਸਥਾ ਜਿਹੜੀ ਹੋਵੇ ਤੁਹਾਡੇ ਨਾਲ ਯੋਗਦਾਨ ਕਰ ਰਹੀ ਹੋਵੇ, ਕੋਈ? ਨਹੀਂ, ਸੰਸਥਾ ਤੇ ਨਹੀਂ ਮੈਂ ਕਹਾਂਗਾ, ਅਸੀਂ ਆਪ ਹੀ ਸੰਸਥਾ ਹੈਗੇ ਹਾਂ। ਕਾਮਦੇਨੂ ਗਊਧਾਮ ਦੇ ਜਿਹੜੇ ਫਾਊਂਡਰ ਨੇ ਮੈਤਰੇਆ ਦਾਦਾਸ਼ੀ ਜੀ ਹੈਗੇ ਆ, ਤੇ ਅਸੀਂ ਟੀਚਾ ਫੜੇ ਇਸ ਕਰਕੇ ਸੀਗਾ, ਕੋਈ ਹੋਰ ਇਹ ਵਾਲੇ ਕੰਮ ਨਹੀਂ ਕਰ ਰਿਹਾ। ਜੇ ਤੁਸੀਂ ਆਮ ਗਊਸ਼ਾਲਾ ਦੇਖੋਗੇ ਸਾਰੀ ਥਾਵਾਂ ਤੇ ਦੁੱਧ ਦਾ ਵਪਾਰ ਹੋ ਰਿਹਾ, ਲੇਕਿਨ ਕੋਈ ਵੀ ਗਊਸ਼ਾਲਾ ਦੇ ਵਿੱਚ ਬਜ਼ੁਰਗ ਬਿਮਾਰ ਜਾਂ ਗਾਵਾਂ ਸੱਟਾਂ ਲੱਗੀਆਂ 100% ਤਰੀਕੇ ਨਾਲ ਕੋਈ ਉਹ ਨਹੀਂ ਚਲਾ ਰਿਹਾ ਜਿਹੜੀ ਕਿ ਅਸੀਂ ਚਲਾ ਰਹੇ ਹਾਂ। ਜੋ ਮੇਰਾ ਮੇਨ ਪਰਪਸ ਸੀਗਾ ਗਊਸ਼ਾਲਾ ਇੱਥੇ ਖੋਲ੍ਹਣ ਦਾ, ਸਾਡਾ ਪਰਪਸ ਇਹ ਸੀਗਾ ਕਿਉਂਕਿ ਅੱਜ ਕੱਲ੍ਹ ਜਿੰਨੇ ਵੀ ਡੇਅਰੀ ਫਾਰਮ ਨੇ ਉਹ ਗਊਸ਼ਾਲਾ ਦੇ ਅੰਡਰ ਚੱਲ ਰਹੇ। ਤੁਸੀਂ ਇਹਨੂੰ ਜੇ ਪ੍ਰੈਕਟੀਕਲੀ ਦੇਖੋਗੇ, ਇੱਕ ਗਾਂ ਇੱਕ ਦਿਨ ਦੇ ਵਿੱਚ ਜੇ 4 ਕਿਲੋ ਦੁੱਧ ਵੀ ਦਿੰਦੀ ਹੈ, 200 ਰੁਪਏ ਦਾ ਉਹ ਵੇਚ ਦਿੰਦੇ ਆ, 150 ਰੁਪਏ ਤੋਂ ਵੱਧ ਉਹਨਾਂ ਦਾ ਖਰਚਾ ਨਹੀਂ ਹੈਗਾ। ਉਹ ਤਾਂ ਵੈਸੇ ਹੀ ਪ੍ਰੋਫਿਟੇਬਲ ਨੇ। ਤੇ ਉਸ ਤੋਂ ਬਾਅਦ ਕੀ ਕਰਦੇ ਜੀ, ਤੁਹਾਡੇ ਤੋਂ ਡੋਨੇਸ਼ਨ ਵੀ ਲੈ ਲੈਣਗੇ, ਉਸ ਤੋਂ ਬਾਅਦ ਤੁਹਾਡੇ ਤੋਂ ਚਾਰਾ ਵੀ ਮੰਗ ਲੈਂਦੇ, ਜਾਂ ਤੂੜੀ ਦੇ ਪੱਠੇ ਦੇ ਤੁਹਾਡੇ ਤੋਂ ਡੋਨੇਸ਼ਨ ਵੀ ਲੈ ਜਾਂਦੇ। ਤੇ ਕੋਈ ਸੈਂਸ ਨਹੀਂ ਬਣਦੀ। ਅਸੀਂ ਇੱਥੇ ਗਾਵਾਂ ਹੀ ਉਹ ਰੱਖ ਰਹੇ ਹਾਂ ਜਿਹੜੇ ਦੁੱਧ ਨਹੀਂ ਦੇ ਸਕਦੀ। ਅਸੀਂ ਸਾਡੇ ਨਾਲ ਇਹ ਮਿਊਨਿਸਪਲ ਕਾਰਪੋਰੇਸ਼ਨ ਦੀ ਜਗ੍ਹਾ ਹੈ, ਇਹ ਇਨਫਰਾਸਟਰਕਚਰ ਉਹਨਾਂ ਨੇ ਬਣਾ ਕੇ ਦਿੱਤਾ। ਡੇਲੀ ਮੇਨਟੇਨੈਂਸ ਜਿਹੜੀ ਉਹ ਅਸੀਂ ਕਰਦੇ ਹਾਂ, ਸਾਨੂੰ ਸਰਕਾਰ ਵੱਲੋਂ ਕੋਈ ਪੈਸੇ ਨਹੀਂ ਆਉਂਦੇ। ਇੱਕ ਗਾਂ ਦੇ ਪਿੱਛੇ ਸਾਡਾ ਰਫਲੀ 100 ਰੁਪਏ ਦਾ ਖਰਚਾ। ਉਹਦੇ 'ਚ ਮੈਂ ਸੇਵਾਦਾਰ ਦੀ ਸੈਲਰੀਜ਼ ਵੀ ਪਾਈਆਂ। ਸਾਡੇ ਕੋਲ ਤਕਰੀਬਨ 15 ਤੋਂ 16 ਸੇਵਾਦਾਰ ਨੇ। ਸਾਡੇ ਕੋਲ ਇੱਕ ਵੈਟ ਹੈ ਫੁੱਲ ਟਾਈਮ, 2 ਪੈਰਾਵੈਟ ਨੇ, ਦਵਾਈਆਂ ਦਾ ਖਰਚਾ ਹੈ, ਬਿਜਲੀ ਦਾ ਖਰਚਾ ਹੈ, ਪਾਣੀ ਦਾ ਖਰਚਾ ਹੈ, ਗਾਰਡਸ ਦਾ ਖਰਚਾ ਹੈ, ਅਕਾਊਂਟੈਂਟ, ਇਹ ਸਾਰਾ ਕੁਝ ਪਾ ਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ 100 ਰੁਪਏ ਤੋਂ ਵੱਧ ਨਹੀਂ ਆਉਂਦਾ। ਉਸ ਤੋਂ ਬਾਵਜੂਦ ਜੇ ਤੁਸੀਂ ਮੈਨੂੰ ਦੇਖੋ, ਜੇ 270 ਗਾਵਾਂ ਨੇ ਤੇ ਮੈਂ ਮੇਰਾ ਦਿਨ ਦਾ 27,000 ਦਾ ਖਰਚਾ ਹੈ, ਓਵਰਆਲ 8 ਲੱਖ ਦਾ ਖਰਚਾ ਹੈ।
ਤੇ ਇਹਨੂੰ ਚਲਾਉਣ ਵਾਸਤੇ ਮੈਨੂੰ ਸਰਕਾਰ ਵੱਲੋਂ ਵੈਸੇ ਕੋਈ ਯੋਗਦਾਨ ਨਹੀਂ ਹੈਗਾ ਨਾ, ਚਲੋ ਮੈਂ ਕੋਈ ਐਕਸਪੈਕਟ ਹੁਣ ਆਪਾਂ ਨਹੀਂ ਕਰਦੇ, ਉਹਨਾਂ ਨੇ ਸਾਨੂੰ ਜ਼ਮੀਨ ਹੀ ਦੇਤੀ, ਉਹ ਬੜੀ ਵਧੀਆ ਗੱਲ ਹੈ। ਤੇ ਇਸ ਤੋਂ ਬਾਅਦ ਇਹ ਸਾਡੀ ਸੰਸਥਾ ਦੇ ਥਰੂ ਸਾਨੂੰ 5 5.5 6 ਲੱਖ ਰੁਪਏ ਇਕੱਠਾ ਹੋ ਜਾਂਦਾ ਹੈ। ਕਾਫੀ ਲੋਕ ਸਾਡੇ ਨਾਲ ਇੰਡੀਵਿਜੂਅਲ ਡੋਨਰਸ ਜੁੜੇ ਹੈ, ਬਟ ਜੇ ਤੁਸੀਂ ਕੋਈ ਸੰਸਥਾ ਜੁੜੀ ਹੈ ਤੇ ਉਹੋ ਜੀ ਕੋਈ ਗੱਲ ਨਹੀਂ ਹੈਗੀ। ਸਰ ਕਿੰਨਾ ਟਾਈਮ ਹੋ ਗਿਆ ਮਤਲਬ ਤੁਹਾਨੂੰ ਇਹ ਟਾਈਮ ਇਹ ਲਾਸਟ ਈਅਰ ਅਸੀਂ 2022 1 ਫੈਬਰੂਰੀ ਨੂੰ ਅਸੀਂ ਸ਼ੁਰੂ ਕੀਤੀ ਸੀ। 14 ਜਨਵਰੀ ਨੂੰ ਅਸੀਂ ਟੇਕ ਅਪ ਕਰ ਲਿਆ ਸੀ, ਆਪਣੇ ਬੰਦੇ ਸਾਡੇ ਇੱਥੇ ਬਹਿ ਗਏ ਸੀ ਕਿ ਬਿਕੋਜ਼ ਇੱਕ ਟ੍ਰਾਂਜੀਸ਼ਨ ਫੇਸ ਸੀਗਾ। ਪਹਿਲਾਂ ਕਾਰਪੋਰੇਸ਼ਨ ਚਲਾ ਰਹੀ ਸੀ, ਉਦੋਂ 120 ਗਾਵਾਂ ਹੁੰਦੀ ਸੀਗੀ, ਤੇ ਉਹ ਤੁਸੀਂ ਲਾ ਲਓ 15 ਦਿਨ ਆਪਾਂ ਟ੍ਰਾਂਜੀਸ਼ਨ ਤੇ ਲਾਏ, ਤੇ ਜਦੋਂ ਸਾਨੂੰ ਲੱਗਾ ਕਿ ਹਾਂ ਅਸੀਂ ਹੁਣ ਚਲਾ ਸਕਦੇ ਹਾਂ, ਸਾਨੂੰ ਕਾਰਪੋਰੇਸ਼ਨ ਦੇ EMPLOYEES ਦੀ ਲੋੜ ਨਹੀਂ, ਤੇ ਅਸੀਂ ਉਹਨਾਂ ਨੂੰ ਫ੍ਰੀ ਕਰਤਾ ਹੀ, ਤੇ 1 ਅਗਸਤ ਤੋਂ ਅਸੀਂ 100% ਆਪ ਚਲਾ ਰਹੇ ਹਾਂ। ਤੇ ਸਰ ਕੀ ਬਦਲਾਅ ਆਏ ਨੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ? ਤੁਸੀਂ ਜੇ ਏਰੀਆ ਦੇਖ ਸਕਦੇ ਨਾ, ਸਾਰਾ ਇਹ ਸਾਰਾ ਕੱਚਾ ਸੀਗਾ। ਹਾਂ, ਤੇ ਐਂਡ ਤੱਕ ਜਾਓਗੇ ਕੱਚਾ ਸੀਗਾ, ਜਿਸ ਤਰ੍ਹਾਂ ਤੁਹਾਨੂੰ ਇੱਥੇ ਗੋਇਆ ਪਿਆ ਦਿਖ ਰਿਹਾ, ਇਹ ਸਾਰੀ ਥਾਵਾਂ ਤੇ ਤੁਹਾਨੂੰ ਇਹੀ ਦਿਖਦਾ ਸੀਗਾ ਜੀ। ਤੇ ਕਿਉਂਕਿ ਉਦੋਂ ਪਿੱਛੇ ਸ਼ੈੱਡ ਵੀ ਨਹੀਂ ਸੀਗਾ, ਇਹਦੀ ਕਪੈਸਿਟੀ ਸੀਗੀ ਉਦੋਂ 150 ਗਾਵਾਂ ਦੀ, ਤੇ ਕਾਰਪੋਰੇਸ਼ਨ ਨੇ ਯਕਦਮ ਉੱਥੇ ਤੁਸੀਂ ਲਾ ਲਓ 300 ਗਾਵਾਂ ਇੱਥੇ ਭਰਤੀਆਂ, ਤੇ ਇੱਥੇਲੇ ਪਾਸੇ ਵੀ ਆਪਾਂ ਬੰਨਤੀਆਂ ਗਾਵਾਂ, ਪਿਛਲੇ ਪਾਸੇ ਵੀ ਆਪਾਂ ਬੰਨਤੀਆਂ। ਹੌਲੀ ਹੌਲੀ ਜਿਸ ਤਰ੍ਹਾਂ ਸਾਨੂੰ ਸਮਝ ਆਈ ਗਈ, ਜਿਸ ਤਰ੍ਹਾਂ ਅਸੀਂ ਆਪਣੇ ਕੰਮ 'ਚ ਪੱਕੇ ਹੁੰਦੇ ਰਹੇ, ਤੇ ਅਸੀਂ ਕੁਝ ਗਾਵਾਂ ਜਿਹੜੀ ਕਿ ਫਿੱਟ ਹੋ ਗਈ ਸੀਗੀਆਂ, ਅਸੀਂ ਫਿਰ ਰਿਕੁਐਸਟ ਕੀਤੀਆਂ, ਕਾਰਪੋਰੇਸ਼ਨ ਨੇ ਦੂਜੀ ਗਊਸ਼ਾਲਾ ਦਿੱਤੀਆਂ ਉਹਨਾਂ ਨੂੰ, ਹਾਲਾਂਕਿ ਉਹ ਪੈਸੇ ਦਿੰਦੇ ਰੱਖਣ ਦੇ। ਤੇ ਫਰਦਰ ਆਪਾਂ ਰਿਕੁਐਸਟ ਕੀਤੀ, ਸਾਡੇ ਕੋਲ ਥਾਂ ਪਈ ਹੈ ਤੇ ਹੋਰ ਸ਼ੈੱਡ ਬਣਾਏ ਜਾਣ, ਜਿਹੜੇ ਕਿ ਉਹਨਾਂ ਨੇ ਸਾਨੂੰ ਬਣਾ ਕੇ ਦਿੱਤੇ। ਤੇ ਸਰ ਜਦੋਂ ਸ਼ੁਰੂਆਤੀ ਤੌਰ ਤੇ ਜਦੋਂ ਮਤਲਬ ਗਾਵਾਂ ਤੁਸੀਂ ਰੱਖੀਆਂ ਸੀਗੀਆਂ, ਜਿਸ ਤਰ੍ਹਾਂ ਤੁਸੀਂ ਕਹਿੰਦੇ ਪਏ ਕਿ ਇੱਕ ਸ਼ੈੱਡ ਸੀ ਸਿਰਫ ਆ ਸਟਾਰਟਿੰਗ ਵਾਲਾ, ਇਹ ਹਾਂਜੀ ਹਾਂਜੀ, ਤੇ ਉਸ ਟਾਈਮ ਮਤਲਬ ਕਿੱਦਾਂ ਮੈਨੇਜ ਕੀਤਾ ਤੁਸੀਂ? ਜਿਸ ਤਰ੍ਹਾਂ ਠੰਡ ਵੀ ਆਈ, ਮੌਸਮ ਵੀ ਚੇਂਜ ਹੋਏ, ਤੇ ਫਿਰ ਤੁਸੀਂ ਕੱਚੀ ਜਗ੍ਹਾ ਤੇ ਕਿਵੇਂ ਮੈਨੇਜ ਕੀਤਾ ਇਹ ਚੀਜ਼ਾਂ? ਦੇਖੋ, ਜਦੋਂ ਮੈਂ ਫਰਵਰੀ 'ਚ ਆਇਆ, ਸਭ ਤੋਂ ਪਹਿਲਾਂ ਮੌਸਮ ਸੀਗਾ ਗਰਮੀਆਂ ਦਾ। ਗਰਮੀਆਂ 'ਚ ਅਸੀਂ ਪੱਖੇ ਇਮੀਡੀਏਟਲੀ ਲਵਾਤੇ ਸੀਗੇ, ਤੇ ਅਸੀਂ ਦੋ ਚੀਜ਼ਾਂ ਇੰਸ਼ੋਰ ਕਰਤੇ ਸੀ। ਜਦੋਂ ਇਹ ਜਿਹੜੇ ਵਾੜੇ ਤੁਸੀਂ ਦੇਖ ਰਹੇ ਹੋ ਨਾ, ਇਹ ਦਿਨ 'ਚ 2 ਵਾਰੀ ਸਾਫ਼ ਕੀਤੇ ਜਾਂਦੇ, ਇੱਕ ਵਾਰੀ ਦਿਨੇ, ਇੱਕ ਵਾਰੀ ਸ਼ਾਮੀ। ਜਦੋਂ ਵਾੜੇ ਆਪਾਂ ਸਾਫ਼ ਕਰਦੇ ਸੀ, ਉਦੋਂ ਗਾਵਾਂ ਨੂੰ ਵੀ ਨਵਾਇਆ ਜਾਂਦਾ ਸੀ, ਉਹਨਾਂ 'ਤੇ ਪਾਣੀ ਪਾਤਾ ਜਾਂਦਾ ਸੀਗਾ ਤਾਂ ਕਿ ਉਹ ਠੰਡੇ ਰਹਿਣ। ਗਰਮੀਆਂ ਆਪਾਂ ਇਸ ਤਰ੍ਹਾਂ ਸਾਰ ਲਈਆਂ। ਸਰਦੀ ਦੇ ਵਿੱਚ ਜਿੰਨਾ ਵੀ ਤੁਹਾਨੂੰ ਓਪਨ ਏਰੀਆ ਦਿਖ ਰਿਹਾ, ਇਹਨੂੰ ਆਪਾਂ ਪਹਿਲਾਂ ਬਾਹਰੋਂ ਤਰਪੈਲ ਨਾਲ ਕਵਰ ਕਰਕੇ ਤੇ ਅੰਦਰੋਂ ਬਾਰਦਾਨੇ ਨਾਲ ਕਵਰ ਕਰਕੇ, ਤਾਂ ਕਿ ਸਾਡੀ ਕੋਸ਼ਿਸ਼ ਹੁੰਦੀ ਸੀ ਕਿ ਜਿਹੜੀ ਵਿੰਡ ਮੂਵਮੈਂਟ ਹੈ ਉਹਨੂੰ ਬਲੌਕ ਕੀਤਾ ਜਾਏ, ਤੇ ਗਾਂ ਜਿਹੜੀ ਹੈਗੀ ਆ, ਕੋਈ ਹਿਊਮਨ ਬੀਇੰਗ ਹੈ ਜਾਂ ਕੋਈ ਵੀ ਜੀਵ ਹੈ, ਉਹ ਆਪ ਗਰਮੀ ਪੈਦਾ ਕਰਦਾ ਤੇ ਉਹਦੇ ਨਾਲ ਇਹ ਵਾਰਮ ਰਹਿਣ। ਤੇ ਸਰ ਜਿਸ ਤਰ੍ਹਾਂ ਇਹਨਾਂ ਦੇ ਵੱਖਰੇ ਵੱਖਰੇ ਬਲਾਕ ਵੀ ਬਣਾਏ ਗਏ, ਜਿਸ ਤਰ੍ਹਾਂ ਕ੍ਰਿਟੀਕਲ ਗਾਵਾਂ ਦੀ ਸਿਚੁਏਸ਼ਨ, ਉਹਨਾਂ ਦਾ ਬਲਾਕ ਅਲੱਗ ਐਂਡ ਹੋਏ। ਤੇ ਜਿਹੜਾ ICU ਵਾਰਡ ਹੈ ਉਹ ਵੱਖਰਾ ਹੈ। ਤੁਹਾਨੂੰ ਮੇਨ ਚੀਜ਼ ਜਿਹੜੀ ਦੇਖਣ ਵਾਲੀ ਨਾ, ਹਰ ਗਾਂ ਨੂੰ ਆਪਾਂ ਟੈਗ ਕੀਤਾ ਹੋਇਆ। ਯੈਲੋ ਟੈਗ ਜੇ ਤੁਸੀਂ ਦੇਖ ਰਹੇ ਹੋ, ਤੇ ਇਹ ਐਨੀਮਲ ਹਸਬੈਂਡਰੀ ਲਗਾਉਂਦਾ ਡੇਰੀ ਫਾਰਮ ਦੇ ਵਿੱਚ, ਤੇ ਡੇਰੀ ਫਾਰਮਰ ਜਦੋਂ ਗਾਂ ਨੂੰ ਛੱਡਦਾ ਤੇ ਉਹ ਕਦੀ ਕਵਾਰ ਯੈਲੋ ਟੈਗ ਨੂੰ ਨਹੀਂ ਬਾਹਰ ਕੱਢਦਾ, ਤੇ ਇਹ ਟੈਗ ਦੇ ਵਿੱਚ QR ਕੋਡ ਲੱਗੇ ਹੁੰਦੇ ਆ। ਉਹ QR ਕੋਡ ਤੋਂ ਤੁਸੀਂ ਪਤਾ ਕਰ ਸਕਦੇ ਹੋ ਕਿੱਧਰੋਂ ਆਈ, ਉਹਨੂੰ ਜੁਰਮਾਨਾ ਵੀ ਪਾਇਆ ਜਾ ਸਕਦਾ, ਜਿਹੜਾ ਕਾਰਪੋਰੇਸ਼ਨ ਨਹੀਂ ਪਾਉਂਦੀ। ਬਟ ਅਦਰਵਾਈਜ਼ ਜੇ ਤੁਸੀਂ ਦੇਖੋਗੇ ਤੇ ਅਸੀਂ ਆਪਣੇ ਵੱਲੋਂ ਗ੍ਰੀਨ ਟੈਗ ਲਗਾਇਆ ਫੀਮੇਲ ਗਾਂ ਨੂੰ, ਤੇ ਔਰੇਂਜ ਟੈਗ ਅਸੀਂ ਲਗਾਇਆ ਮੇਲ ਨੂੰ। ਤੇ ਇੱਕ ਤੇ ਆਪਾਂ ਇਹਨਾਂ ਨੂੰ ਮੇਲ ਫੀਮੇਲ ਵੱਖਰੇ ਰੱਖਦੇ ਹਾਂ ਤਾਂ ਕਿ ਫਰਦਰ ਇੱਥੇ ਕੋਈ ਪ੍ਰੋਡਕਸ਼ਨ ਗਲਤੀ ਨਾਲ ਵੀ ਨਾ ਹੋਵੇ। ਸਾਡੀ ਕੋਈ ਮਨਸ਼ਾ ਹੀ ਨਹੀਂ, ਇੱਛਾ ਹੀ ਨਹੀਂ ਕਿ ਅਸੀਂ ਇੱਥੇ ਗਾਂ ਦੇ ਬੱਚੇ ਪੈਦਾ ਕਰੀਏ ਜਾਂ ਆਪਾਂ ਗਾਂ ਸੇਲ ਕਰਨੇ ਆ, ਕਿਉਂਕਿ ਇੱਕ ਬੱਚਾ ਜੇ ਇੱਥੇ ਪੈਦਾ ਹੋਇਆ ਤੇ ਤਕਰੀਬਨ ਤੁਸੀਂ ਲਾ ਲਓ 12 ਸਾਲ ਇੱਥੇ ਰਹੇਗਾ। ਇੰਨੀ ਦੇਰ 'ਚ ਜਿਹੜੇ ਬਜ਼ੁਰਗ ਗਾਵਾਂ ਆਉਣਗੀਆਂ 10 ਤੋਂ 12 ਰਹਿ ਸਕਦੀਆਂ 12 ਸਾਲ ਦੇ ਟੈਨਿਓਰ ਦੇ ਵਿੱਚ। ਤੇ ਸਾਡੀ ਅਸੀਂ ਤਾਂ ਮੇਲ ਫੀਮੇਲ ਵੱਖਰੀ ਰੱਖਦੇ ਹਾਂ। ਦੂਜਾ ਟੈਗਿੰਗ ਦੇ ਵਿੱਚ ਯੂਨੀਕ ਨੰਬਰ ਨੇ, ਜਿਹੜਾ ਇਹਦਾ ਦੇਖੋ 131 ਨੰਬਰ ਹੈ, ਇਹ ਹੋਰ ਕਿਸੇ ਕੋਲ ਨਹੀਂ ਹੋਏਗਾ। ਜਦੋਂ ਡਾਕਟਰ ਵੀ ਇਲਾਜ ਕਰਦਾ ਤੇ ਉਹਨਾਂ ਨੂੰ ਧਿਆਨ ਰਹਿੰਦਾ ਕਿ ਕਿਹੜੇ ਨੰਬਰ ਦਾ ਇਲਾਜ ਹੋ ਰਿਹਾ, ਬਿਕੋਜ਼ ਦੇਖਣ ਸਾਰੀ ਆਈਡੈਂਟੀਕਲ ਨੇ, ਨੰਬਰ ਨਾਲ ਸਾਨੂੰ ਪਤਾ ਲੱਗ ਸਕਦਾ। ਤੇ ਇਹਦਾ ਦੇਖੋਗੇ ਯੂਨੀਕ ਕੇਸ ਹੈ, ਇਹਦੇ ਯੈਲੋ ਟੈਗ ਵੀ ਲੱਗਾ ਡੇਰੀ ਫਾਰਮ ਦਾ, ਤੇ ਗ੍ਰੀਨ ਟੈਗ ਵੀ ਲੱਗਾ ਜਿਹੜਾ ਸਾਡੇ ਇੱਥੇ ਆ ਕੇ ਲੱਗਾ। ਤੇ ਸਰ ਜਦੋਂ ਇਹਨਾਂ ਦੀ ਰਿਕਵਰੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਮਤਲਬ ਤੁਰਨ ਜੋਗੀਆਂ ਵੀ ਹੋ ਜਾਂਦੀਆਂ, ਚੱਲਣ ਜੋਗੀਆਂ ਹੋ ਜਾਂਦੀਆਂ ਨੇ, ਫਿਰ ਇਹ ਕਿੱਥੇ ਜਾਂਦੇ ਨੇ? ਇਹਦੇ ਨਾਲ ਦੇਖੋ 2 ਤਰੀਕੇ ਨੇ। ਅਸੀਂ ਕਾਰਪੋਰੇਸ਼ਨ ਨੂੰ ਰਿਕੁਐਸਟ ਕਰਦੇ ਹਾਂ ਕਿ ਇਹ ਗਾਂ ਤੁਸੀਂ ਕੋਈ ਹੋਰ ਗਊਸ਼ਾਲਾ ਨੂੰ ਦੇਣਾ ਚਾਹੁੰਦੇ ਹੋ ਤੇ ਤੁਸੀਂ ਦੇ ਦਿਓ। ਤੇ ਕਈ ਵਾਰ ਉਹ ਸ਼ਿਫਟ ਵੀ ਕਰਦੇ, ਕਦੀ ਵਾਰ ਸਾਡੇ ਤੋਂ ਲੋਕ ਆ ਕੇ ਮੰਗਦੇ ਕਿ ਅਸੀਂ ਸੇਵਾ ਕਰਾਂਗੇ ਇਹਨਾਂ ਦੀ, ਤੇ ਅਸੀਂ ਫਿਰ ਫ੍ਰੀ ਆਫ ਕਾਸਟ ਉਹਨਾਂ ਨੂੰ ਗਾਂ ਦੇ ਦਿੰਦੇ, ਕਿਉਂਕਿ ਗਾਂ ਦੁੱਧ ਤੇ ਦੇ ਨਹੀਂ ਸਕਦੀ, ਤੇ ਅਗਲੇ ਨੇ ਜਾ ਕੇ ਸੇਵਾ ਹੀ ਕਰਨੀ ਹੈ। ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਇੱਧਰੋਂ ਜਦੋਂ ਗਾਂ ਗਈ ਹੈ ਤੇ ਮੇਰੇ ਕੋਲ ਕਪੈਸਿਟੀ ਵੱਧ ਜਾਂਦੀ ਹੈ, ਉਹਦੇ ਕਰਕੇ ਮੈਂ ਹੋਰ ਐਕਸੀਡੈਂਟਲ ਕੇਸਿਸ ਲੈ ਸਕਦਾ। ਤੇ ਸਰ ਜਦੋਂ ਮਤਲਬ ਇੱਥੇ ਕਈ ਵਾਰ ਗਾਂ ਜਿਹੜੀ ਦੁੱਧ ਦਿੰਦੀ ਆ, ਉਹਨੂੰ ਤੁਸੀਂ ਲੈ ਆਉਂਦੇ ਹੋ, ਉਹਨਾਂ ਦੀ ਰਿਕਵਰੀ ਕਰਦੇ ਹੋ, ਠੀਕ ਹੋ ਜਾਂਦੀਆਂ, ਤੇ ਜੇ ਇਨ ਕੇਸ ਉਹ ਦੁੱਧ ਦੇ ਰਹੀਆਂ ਤੇ ਤੁਸੀਂ ਮਤਲਬ ਉਹ ਤੋਂ ਦੁੱਧ ਲੈਂਦੇ ਹੋ ਕਿ ਨਹੀਂ ਲੈਂਦੇ? ਤੁਸੀਂ ਨਾ ਇਹਦੇ ਮੇਨ ਚੀਜ਼ ਦੇਖੋ, ਕੋਈ ਵੀ ਗਾਂ ਜਿਹੜੀ ਦੁੱਧ ਦੇ ਰਹੀ ਹੈ ਤੁਹਾਨੂੰ ਸੜਕ ਤੇ ਨਹੀਂ ਦਿਖੇਗੀ, ਕਿਉਂਕਿ ਗਾਂ ਇਹ ਗਾਂ ਪੈਦਾ ਹੀ ਡੇਰੀ ਫਾਰਮ 'ਚ ਹੁੰਦੀ ਹੈ। 2 ਸਾਲ ਦੀ ਉਮਰ ਦੇ ਵਿੱਚ ਉਹਨੂੰ ਆਰਟੀਫੀਸ਼ੀਅਲ ਇਨਸੈਮੀਨੇਟ ਕੀਤਾ ਜਾਂਦਾ, ਉਹ ਫਿਰ ਉਹਨੂੰ ਲਾਈਫ ਸਾਈਕਲ ਪਾਤਾ ਜਾਂਦਾ ਹੈ ਕਿ ਜੀ ਹਾਂ ਬੱਚੇ ਪੈਦਾ ਕਰੋ, ਦੁੱਧ ਦਿਓ। ਜਿੰਨਾ ਇੱਕ ਮਦਰ ਹਿਊਮਨ ਦੁੱਧ ਦੇ ਸਕਦੀ ਹੈ ਬੱਚਾ ਪੈਦਾ ਕਰਨ ਤੋਂ ਬਾਅਦ, ਉਨਾ ਹੀ ਗਾਂ ਦਿੰਦੀ ਹੈ। 6 ਮਹੀਨੇ, 7 ਮਹੀਨੇ, 8 ਮਹੀਨੇ, ਉਸ ਤੋਂ ਬਾਅਦ ਤੁਹਾਨੂੰ ਗਾਂ ਨੂੰ ਆਰਟੀਫੀਸ਼ੀਅਲੀ ਪ੍ਰੈਗਨੈਂਟ ਕਰਨਾ ਪਏਗਾ, ਬੱਚਾ ਪੈਦਾ ਕਰੇਗੀ ਤਾਂ ਹੀ ਦੁੱਧ ਦੇਗੀ।
ਤੇ ਜਦੋਂ ਤੱਕ ਗਾਂ ਦੁੱਧ ਦੇ ਸਕਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ, ਉਹ ਡੇਅਰੀ ਫਾਰਮ ਤੋਂ ਬਾਹਰ ਨਹੀਂ ਕੱਢੀ ਜਾਂਦੀ। ਜਦੋਂ ਉਹ ਅਸੈਟ ਹੈ, ਉਹਨਾਂ ਨੂੰ ਪੈਸਾ ਦਿੰਦੀ ਹੈ। ਜਦੋਂ ਲਾਇਬਿਲਿਟੀ ਬਣ ਗਈ, ਜਾਂ ਦੁੱਧ ਨਹੀਂ ਦੇ ਸਕਦੀ ਜਾਂ ਬੱਚਾ ਪੈਦਾ ਨਹੀਂ ਕਰ ਸਕਦੀ, ਉਹਨੂੰ ਬਾਹਰ ਕੱਢਤਾ ਜਾਂਦਾ। ਮੇਰੇ ਕੋਲ ਤੇ ਗਾਂ ਹੀ ਉਹ ਆਉਂਦੀ ਹੈ ਜਿਹੜੀ ਦੁੱਧ ਨਹੀਂ ਦੇ ਸਕਦੀ। ਉਹ ਕੁਦਰਤੀ ਕੀ ਹੁੰਦਾ, ਸੜਕਾਂ ਦੇ ਵਿੱਚ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਕੁਦਰਤੀ ਉਹ ਇੱਥੇ ਆ ਕੇ ਬੱਚਾ ਡਿਲੀਵਰ ਕਰ ਜਾਂਦੀ। ਮੈਂ ਕੋਈ ਗਾਂ ਇਹੋ ਜਿਹੀ ਰੈਸਕਿਊ ਕਰਦਾ ਹੀ ਨਹੀਂ ਕਿ ਜਿੰਨੇ ਦੁੱਧ ਦਿੱਤਾ ਹੋਵੇ, ਦੇਰੀ ਹੋਵੇ। ਇੱਥੇ ਆ ਕੇ ਜਦੋਂ ਸਾਨੂੰ ਪਤਾ ਲੱਗਦਾ ਉਹ ਪ੍ਰੈਗਨੈਂਟ ਹੈਗੀ ਹੈ, ਤੇ ਉਹ ਦੁੱਧ ਕਿੰਨਾ ਦੇਗੀ, 3 ਕਿਲੋ ਦੇਗੀ, 1.5 ਕਿਲੋ ਦੇਗੀ, ਜਿੰਨਾ ਉਹ ਉਹਦੇ ਬੱਚੇ ਜੋਗਾ ਹੀ ਹੈ। ਸਾਡੇ ਕੋਲ ਇੱਥੇ ਇਸ ਵੇਲੇ ਵੀ ਬੱਚੇ ਜ਼ਿਆਦਾ ਨੇ, ਗਾਂ ਦੁੱਧ ਦੇਣ ਵਾਲੀਆਂ ਘੱਟ ਨੇ। ਸਾਡੇ ਕੋਲ 3 ਜਾਂ 4 ਗਾਵਾਂ ਨੇ ਜਿਹੜੀ ਦੁੱਧ ਦਿੰਦੀਆਂ। ਓਵਰਆਲ 12 ਤੋਂ 15 ਕਿਲੋ ਦੁੱਧ ਆਉਂਦਾ, ਬੱਚੇ ਜ਼ਿਆਦਾ ਨੇ ਪੀਣ ਵਾਲੇ। ਇਨ ਐਨੀ ਕੇਸ ਜੇ ਤੁਸੀਂ ਕੋਈ ਵੱਧ ਆ ਗਿਆ, ਤੇ ਵੱਧ ਦੇ ਵਿੱਚ ਸਾਡੇ ਕੋਲ ਇੱਥੇ ਸੇਵਾਦਾਰ ਨੇ ਜਿਹੜੇ ਇੱਥੇ ਰਾਤ ਵੀ ਰਹਿੰਦੇ ਆ, ਉਹ ਆਪਣੀ ਚਾਹ ਪਾਣੀ ਦੇ ਵਿੱਚ ਯੂਜ਼ ਕਰ ਲੈਂਦੇ ਆ। ਤੇ ਸਰ ਜਿਨ੍ਹਾਂ ਦੀ ਡੈਥ ਹੋ ਜਾਂਦੀ ਗਊਆਂ ਦੀ, ਉਹਨਾਂ ਨੂੰ ਤੁਸੀਂ ਕਿੱਥੇ ਮਤਲਬ ਕਿਵੇਂ ਕਰਦੇ ਹੋ ਉਹਨਾਂ ਦੀ ਡੈਡ ਬੋਡੀ? ਪਹਿਲਾਂ ਤੇ ਸਾਡੇ ਕੋਲ ਇੱਥੇ ਹੀ ਥਾਂ ਸੀਗੀ, ਅਸੀਂ ਇੱਥੇ ਦਫਨਾਉਂਦੇ ਸੀਗੇ। ਹੁਣ ਅਸੀਂ ਬਾਹਰੋਂ ਕੋਈ ਵੈਂਡਰ ਕੀਤੇ ਹੋਏ ਆ, ਉਹ ਗਾਂ ਲੈ ਜਾਂਦੇ ਆ, ਤੇ ਕੁਝ ਮੰਥਲੀ ਜਿਹੜੇ ਨੋਮੀਨਲ ਕਾਸਟ ਹੈ ਦਫਨਾਉਣ ਦੀ, ਜੋ ਵੀ ਕਰਨ ਦੀ, ਉਹ ਸਾਡੇ ਤੋਂ ਲੈ ਜਾਂਦੇ ਜੀ। ਇਹ ਮੈਂ ਤੁਹਾਨੂੰ ਦਿਖਾਣਾ ICU ਸੈਂਟਰ ਅਸੀਂ ਆਪਣੇ ਵੱਲੋਂ ਬਣਾਇਆ ਦਾ। ਇੱਥੇ ਉਹੀ ਗਾਂ ਰਹਿੰਦੀ ਹੈ ਜਿਹਨੂੰ ਫਿਜ਼ੀਕਲ ਜ਼ਿਆਦਾ ਏਲਮੈਂਟਸ ਨੇ, ਜਾਂ ਬਿਮਾਰ ਜ਼ਿਆਦਾ ਹੋਈ ਦੀ ਹੈ। ਜੇ ਤੁਸੀਂ ਇਹ ਵਾਲਾ ਕੇਸ ਦੇਖੋਗੇ ਤੇ ਇਹਦਾ ਅੱਗੋਂ ਮਾਸ ਲੱਥਾ ਹੋਇਆ। ਇਹ ਡੌਗ ਬਾਈਟ ਕੇਸ ਹੈ, ਕੁੱਤਿਆਂ ਨੇ ਇਹਨੂੰ ਖਾਣ ਦੀ ਕੋਸ਼ਿਸ਼ ਕੀਤੀ, ਲੰਮੇ ਪੈ ਗਈ ਸੀ, ਤੇ ਇਹਦੇ ਗਲ 'ਚ ਵੀ ਸੀਗੇ ਨਿਸ਼ਾਨ, ਉਹਨਾਂ ਨੇ ਗਲ 'ਚ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੋਏਗੀ। ਉਹ ਵਾਲੀ ਜਿਹੜੀ ਗਾਂ ਹੈ, ਉਹਦੇ ਅੱਖ 'ਚ ਬੜਾ ਵੱਡਾ ਟਿਊਮਰ ਹੈ, ਇੱਕ ਦੇ ਪੈਰ ਖਰਾਬ ਨੇ। ਇਹ ਐਕਸੀਡੈਂਟਲ ਕੇਸਿਸ ਨੇ ਜਿੰਨੇ ਵੀ, ਉਹ ਬਾਕੀ ਬੈਠੇ ਹੋਏ ਤੁਸੀਂ ਦੇਖ ਰਹੇ ਹੋ। ਤੇ ਇਹ ਮਤਲਬ ਸਾਡੇ ਵੱਲੋਂ ਸਾਡੀ ਐਮਰਜੈਂਸੀ ਵਾਰਡ ਕਹਿ ਲਓ, ਸਾਡੀ ICU ਵਾਰਡ ਤੁਸੀਂ ਕਹਿ ਲਓ, ਉੱਥੇ ਉਹਨਾਂ ਨੇ ਉਹਨਾਂ ਦਵਾਈਆਂ ਦਾ ਢੇਰ ਲਾਇਆ ਜਿਹਦੇ ਇਹ ਯੂਜਲੀ ਯੂਜ਼ ਹੁੰਦੀਆਂ ਜਦੋਂ ਬਲੀਡਿੰਗ ਜ਼ਿਆਦਾ ਹੋ ਰਹੀ ਹੁੰਦੀ ਹੈ। ਇਸ ਤੋਂ ਇਲਾਵਾ ਜੇ ਕੋਈ ਟੈਬਲੇਟਸ ਜਾਂ ਕੋਈ ਸਿਰਪਸ ਉਹ ਅੰਦਰ ਪਏ ਆ, ਜਾਂ ਕੋਈ ਸਿਰਿੰਜਸ ਵਾਸਤੇ ਮੈਡੀਕਲ ਕੋਈ ਵੀ ਚੀਜ਼ ਹੋ ਰਿਹਾ, ਉਹ ਅੰਦਰ ਇਹਨਾਂ ਦਾ ਵੱਖਰਾ ਏਰੀਆ ਜਿੱਥੇ ਪਿਆ। ਤੇ ਸਰ ਤੁਸੀਂ ਇਹਨਾਂ ਦੀ ਮੈਡੀਸਿਨ ਲੋਕਲ ਲੈਂਦੇ ਹੋ ਕਿ ਕਿਸੇ ਸਪੈਸੀਫਿਕ ਜਗ੍ਹਾ ਤੋਂ ਲੈਂਦੇ ਹੋ, ਜੋ ਮਤਲਬ ਤੁਹਾਡੀ ਸੰਸਥਾ ਨਾਲ ਜੁੜਿਆ ਹੋਵੇ, ਜਾਂ ਫਿਰ ਕੋਈ ਲੋਕਲ ਹੀ ਮਾਰਕੀਟ ਤੋਂ? ਸਾਡੇ ਕੋਲ ਨਾ ਐਕਚੁਅਲੀ ਵੈਟ ਹੈਗੇ ਆ ਜੀ। ਉਹ ਵੈਟ ਦਾ ਇੱਕ ਫਾਇਦਾ ਬੜਾ ਹੈ, ਉਹਨਾਂ ਨੂੰ ਬੜੀ ਸਸਤੀ ਮਿਲ ਜਾਂਦੀ ਹੈ ਜੀ। ਜਿੱਧਰੋਂ ਸਸਤੀ ਮਿਲਦੀ ਉਹਨੂੰ ਲੈ ਲੈਂਦੇ ਆ। ਇਹਦਾ ਇੱਕ ਇਹ ਵੀ ਚੀਜ਼ ਹੈ ਕਿ ਸਾਨੂੰ ਤਕਰੀਬਨ 6 ਮਹੀਨੇ ਹੋ ਗਏ ਮੈਡੀਸਨ ਅਸੀਂ ਆਪ ਨਹੀਂ ਲੈ ਰਹੇ, ਬਿਕੋਜ਼ ਲੋਕ ਸਾਨੂੰ ਡੋਨੇਟ ਕਰ ਜਾਂਦੇ ਆ। ਤੇ ਉਹ ਇਹਦੇ 'ਚ ਕੀ ਹੁੰਦਾ ਹੈ ਕਿ ਲੋਕਾਂ ਦੀ ਇੱਛਾ ਹੁੰਦੀ ਕਿ ਅਸੀਂ ਆਪ ਹੀ ਲੈ ਕੇ ਆਣੀ ਹੈ। ਉਹ ਹਾਲਾਂਕਿ ਮਹਿੰਗੀ ਲੈਂਦੇ, ਜੇ ਉਹ 5000 ਦੀ ਦਵਾਈ ਲੈ ਰਹੇ ਆ, ਸਾਨੂੰ ਦੇਣ ਤੇ ਅਸੀਂ 7000 ਦੀ ਲੈਵਾਂਗੇ, ਵੱਧ ਲਿਆਵਾਂਗੇ, ਬਟ ਸਾਨੂੰ ਕੋਈ ਗੱਲ ਨਹੀਂ, ਉਹ ਲੈ ਆਉਂਦੇ ਆ। ਤੇ ਜਿੱਧਰੋਂ ਵੀ ਪ੍ਰੋਕਿਓਰ ਕਰਦੇ ਅਸੀਂ ਬਹੁਤਾ ਪੁੱਛਦੇ ਨਹੀਂ, ਕਿਉਂਕਿ ਸਾਨੂੰ ਤੇ ਮੈਡੀਸਨ ਨਾਲ ਦੇਣਾ ਚਾਹੁੰਦੇ, ਜਿਸ ਤਰ੍ਹਾਂ ਹੁਣ ਟਾਈਮ ਚੱਲ ਰਿਹਾ, ਲੋਕ ਮਤਲਬ ਇਹ ਸੰਸਥਾ ਨਾਲ ਜੁੜਦੇ ਵੀ ਨਹੀਂ, ਲੋਕ ਇਹੋ ਜਿਹਾ ਕੰਮ ਵੀ ਨਹੀਂ ਕਰਦੇ, ਘਰਾਂ ਚੋਂ ਨਹੀਂ ਨਿਕਲਦੇ, ਸਾਰੇ ਮਤਲਬ ਸੈਲਫਿਸ਼ ਹੋਏ ਫਿਰਦੇ ਨੇ। ਦੇਖੋ ਇਹ ਚੀਜ਼ ਮੈਂ ਦੇਖੀ ਹੈ, ਗਊ ਮਾਤਾ ਨੂੰ ਪੂਜਣ ਵਾਲੇ ਬਹੁਤ ਲੋਕ ਨੇ, ਮਤਲਬ ਜਦੋਂ ਗਊ ਮਾਤਾ ਬਾਹਰ ਰੁਲ ਰਹੀ ਹੁੰਦੀ ਹੈ ਤੇ ਕੋਈ ਉਹਨੂੰ ਦੇਖਣ ਨਹੀਂ ਆਉਂਦਾ। ਤੇ ਤੁਹਾਨੂੰ ਤਾਂ ਵੈਸੇ ਹੀ ਉਹ ਕਾਜ਼ ਨਾਲ ਜੁੜਨਾ ਚਾਹੀਦਾ ਹੈ ਕਿ ਜਿੱਥੇ ਗਊ ਮਾਤਾ ਲੋਕ ਮੰਨਦੇ। ਦੇਖੋ ਮੈਂ ਓਨੈਸਟਲੀ ਇਸ ਹਿਸਾਬ ਨਾਲ ਨਹੀਂ ਚਲਾ ਰਿਹਾ, ਮੈਂ ਤੇ ਦੇਖਿਆ ਕਿ ਜਾਨਵਰ ਨੇ, ਤੇ ਉਹ ਜਾਨਵਰ ਨੂੰ ਇਹ ਕੋਈ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਨਹੀਂ ਹੈਗਾ। ਤੇ ਜਿੰਨੀ ਸਾਡੇ ਕੋਲ ਫੈਸਿਲਿਟੀ ਅਵੇਲੇਬਲ ਹੈ, ਵੱਧ ਤੋਂ ਵੱਧ ਇਹਦਾ ਇਲਾਜ ਕਰ ਰਹੇ ਹਾਂ, ਦੇਖਭਾਲ ਕਰ ਰਹੇ ਹਾਂ। ਤੇ ਜੇ ਲੋਕ ਇਹਦੇ ਨਾਲ ਜੁੜਨਗੇ ਤੇ ਇਹਦੇ ਬੜੇ ਵਾਧੇ ਨੇ। ਤੁਸੀਂ 5 ਤਰੀਕੇ ਨਾਲ ਸਾਡੇ ਨਾਲ ਜੁੜ ਸਕਦੇ ਹੋ। ਇੱਕ ਹੈ ਡੋਨੇਸ਼ਨ ਬਾਕਸ ਇੰਸਟਾਲ ਕਰਨ ਦੀ, ਤੁਸੀਂ ਸਾਡੀ ਹੈਲਪ ਕਰੋ। ਤੁਸੀਂ ਜਾਣਦੇ ਹੋ ਕੋਈ ਇੰਸਟੀਟਿਊਸ਼ਨ ਜਿੱਥੇ ਡੋਨੇਸ਼ਨ ਬਾਕਸ ਲੱਗ ਸਕਦਾ ਹੈ, ਕੋਈ ਸ਼ਾਪ, ਕੋਈ ਸ਼ੋਰੂਮ, ਤੇ ਸਾਡਾ ਨੰਬਰ ਹੈ 9815251227। ਇੱਥੇ ਤੁਸੀਂ ਕਾਲ ਕਰੋ, ਤੁਸੀਂ ਕਹਿ ਸਕਦੇ ਹੋ ਅਸੀਂ ਡੋਨੇਸ਼ਨ ਬਾਕਸ ਲਗਵਾਉਣਾ ਚਾਹੁੰਦੇ ਹਾਂ, ਤੇ ਸਾਡਾ ਫਿਰ ਬੰਦਾ ਆ ਕੇ ਆਪ ਲਗਾ ਕੇ ਜਾਂਦਾ। ਦੂਜਾ ਹੈਗਾ ਕਿ ਤੁਸੀਂ ਸਾਨੂੰ ਸਹੀ ਬੰਦੇ ਨਾਲ ਐਸੋਸੀਏਟ ਕਰਾਓ, ਜਿਹੜਾ ਇਸ ਕਾਜ਼ ਦੇ ਨਾਲ ਐਸੋਸੀਏਟ ਕਰੇਗਾ। ਅਸੀਂ ਕੋਈ ਬੰਦਾ ਚਾਹੁੰਦੇ ਨਹੀਂ ਜਿਹਦੀ ਇੱਛਾ ਨਹੀਂ ਹੈ ਕਿ ਸਾਨੂੰ ਪੈਸੇ ਦੇ ਕੇ ਜਾਏ, ਤੇ ਜਿਹਦੀ ਇੱਛਾ ਹੈ ਉਹ ਜੁੜੇ। ਤੇ ਸਾਡੀ ਪਹਿਲੀ ਇੱਛਾ ਇਹ ਵੀ ਨਹੀਂ ਕਿ ਉਹ ਸਾਨੂੰ ਪੈਸੇ ਦੇ ਕੇ ਜਾਏ, ਚਾਹੁੰਦੇ ਕਾਜ਼ ਦੇ ਨਾਲ ਜੁੜੇ। ਉਹਨਾਂ ਦੇ ਉੱਤੇ ਉਹ ਕੀ ਕਰਨਾ ਚਾਹੁੰਦੇ, ਕਿਸ ਤਰੀਕੇ ਨਾਲ ਹੈਲਪ ਕਰਨਾ ਚਾਹੁੰਦੇ। ਤੁਸੀਂ ਫਿਜ਼ੀਕਲੀ ਆ ਕੇ ਇੱਥੇ ਸੇਵਾ ਕਰ ਸਕਦੇ ਹੋ, ਤੁਸੀਂ ਸਹੀ ਲੋਕਾਂ ਨਾਲ ਸਾਨੂੰ ਮਿਲਾ ਸਕਦੇ ਹੋ। ਤੁਸੀਂ ਕੋਈ ਉਹੋ ਜਿਹੇ ਲੋਕ ਲੱਭ ਸਕਦੇ ਹੋ ਜਿਹੜੇ ਕਿ ਡੋਨੇਸ਼ਨ ਇਨ ਕਾਈਂਡ ਦੇ ਜਾਣ, ਮਤਲਬ ਪੈਸੇ ਨਾ ਦੇ ਕੇ ਜਾਣ, ਤੂੜੀ ਲਿਆ ਦੇਣ, ਪੱਠੇ ਲਿਆ ਦੇਣ, ਕੁਝ ਚਾਹੀਦਾ, ਚੋਕਰ ਚਾਹੀਦੀ ਹੈ, ਦਵਾਈਆਂ ਚਾਹੀਦੀਆਂ, ਗੁੜ ਚਾਹੀਦਾ। ਜੋ ਬੰਦਾ ਮਤਲਬ ਤੁਸੀਂ ਆ ਕੇ ਦੇਖੋ, ਇਹ ਸਾਡਾ ਮੇਨ ਮੋਟਿਵ ਹੈ। ਤੁਹਾਨੂੰ ਆਟੋਮੈਟਿਕਲੀ ਕੰਮ ਚੰਗਾ ਲੱਗੇਗਾ। ਜਦੋਂ ਤੁਹਾਨੂੰ ਚੰਗਾ ਲੱਗ ਗਿਆ, ਤੁਸੀਂ ਆਟੋਮੈਟਿਕਲੀ ਸੋਚੋਗੇ ਕਿ ਮੈਂ ਕਿਸ ਤਰੀਕੇ ਜੁੜਨਾ ਚਾਹੁੰਦਾ। ਅਸੀਂ ਕਿਸੇ ਨੂੰ ਫੋਰਸ ਕਰਨਾ ਹੀ ਨਹੀਂ ਚਾਹੁੰਦੇ। ਤੁਸੀਂ ਡੋਨੇਟ ਕਰਨਾ ਹੈ, ਵੈਰੀ ਗੁੱਡ, ਨਹੀਂ ਕਰਨਾ ਤੁਹਾਡੀ ਇੱਛਾ ਹੈ, ਬਟ ਹਾਂ ਘਰੋਂ ਬਾਹਰ ਨਿਕਲੋ। ਬਹੁਤ ਲੋਕ ਨੇ ਜਿਹੜੀ ਹੈਲਪ ਕਰਨ ਦੇ ਮਤਲਬ ਹੈਲਪ ਜਿਨ੍ਹਾਂ ਨੂੰ ਚਾਹੀਦੀ ਹੈ, ਤੇ ਜੇ ਤੁਸੀਂ ਨਹੀਂ ਕਰੋਗੇ ਤੇ ਫਿਰ ਤੁਹਾਨੂੰ ਕਦੀ ਜਦੋਂ ਲੋੜ ਪਏਗੀ, ਸ਼ਾਇਦ ਮੈਂ ਨਹੀਂ ਮੰਨਦਾ ਕਦੀ ਮਿਲੇਗੀ। ਬਟ ਹਾਂ ਇਹ ਕਾਜ਼ ਚੰਗਾ ਹੈ, ਤੁਸੀਂ ਆ ਕੇ ਦੇਖੋ। ਜੁੜਨਾ ਨਹੀਂ ਜੁੜਨਾ ਤੁਹਾਡੀ ਇੱਛਾ।